ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਬਨਾਰਸ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਨੇਕ ਪ੍ਰਾਣੀਆਂ ਨੂੰ ਸਮਾਰਗ ਪਾਉਂਦੇ ਹੋਏ ਤੁਰੇ ਜਾ ਰਹੇ ਸਨ ਕਿ ਮਰਦਾਨੇ ਨੇ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ 3 ਕੋਹਾਂ ਤੇ ਇੱਕ ਨਗਰ ਹੈ, ਉੱਥੇ ਚੱਲ ਕੇ ਜੋ ਦਿਲ ਕਰੇਗਾ ਤੂੰ ਰੱਜ ਕੇ ਖਾ ਲਵੇ। ਭਾਈ ਮਰਦਾਨਾ ਨੇ ਕਿਹਾ ਕਿ ਮਹਾਰਾਜ ਸਾਡੇ ਪੱਲੇ ਕਿਹੜੀਆਂ ਰੋਕੜਾਂ ਹਨ ਜੋ ਖਰਚ ਕੇ ਕੁਝ ਖਾ ਲਵਾਂਗੇ। ਤਦ ਗੁਰੂ ਜੀ ਨੇ ਆਪਣੇ ਪੈਰ ਨਾਲ ਰੇਤ ਨੂੰ ਫੋਲ ਕੇ ਮਰਦਾਨੇ ਨੂੰ ਕਿਹਾ, ਇਹ ਇੱਕ ਕੀਮਤੀ ਲਲ ਹੈ, ਇਸ ਨੂੰ ਫੜ ਕੇ ਪੱਲੇ ਨੂੰ ਬੰਨ੍ਹ ਲੈ। ਸ਼ਹਿਰ ਵਿੱਚ ਜਾ ਕੇ ਜਿਸ ਚੀਜ਼ ਦੀ ਲੋੜ ਹੋਵੇ ਇਸ ਨੂੰ ਵੇਚ ਕੇ ਲੈ ਲੈਣੀ। ਭਾਈ ਮਰਦਾਨੇ ਨੂੰ ਸ਼ਹਿਰ ਭੇਜ ਕੇ ਆਪ ਗੁਰੂ ਜੀ ਸ਼ਹਿਰ ਤੋਂ ਬਾਹਰ ਹੀ ਗੰਗਾ ਦੇ ਕਿਨਾਰੇ ਬੈਠ ਗਏ। ਮਰਦਾਨਾ ਉਸ ਲਾਲ ਨੂੰ ਲੈ ਕੇ ਸ਼ਹਿਰ ਚਲਿਆ ਗਿਆ। ਜਦ ਮਰਦਾਨੇ ਨੇ ਇੱਕ ਜੌਹਰੀ ਨੂੰ ਉਹ ਲਾਲ ਵੇਚਣ ਵਾਸਤੇ ਦਿਖਾਇਆ ਤਾਂ ਉਹ ਇਸ ਅਮੋਲਕ ਲਾਲ ਨੂੰ ਵੇਖ ਕੇ ਮਰਦਾਨੇ ਦੇ ਨਾਲ ਹੀ ਗੁਰੂ ਜੀ ਪਾਸ ਆ ਗਿਆ। ਸ਼ਰਧਾ ਨਾਲ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਤੇ ਆਪ ਜੀ ਦੇ ਬਚਨ ਸੁਣ ਕੇ ਉਸਨੇ ਕਿਹਾ ਕਿ ਇਹ ਅਮੋਲਕ ਲਾਲ ਤੁਹਾਡੀ ਕਿਰਪਾ ਨਾਲ ਮੈਂ ਪਹਿਲੀ ਵਾਰ ਹੀ ਵੇਖਿਆ ਹੈ। ਤੁਸੀਂ ਲਾਲਾਂ ਦੇ ਵੀ ਲਾਲ ਹੋ, ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਤਦ ਗੁਰੂ ਜੀ ਨੇ ਉਸ ਨੂੰ ਉਪਦੇਸ਼ ਪ੍ਰਥਾਏ ਅਤੇ ਇਹ ਸ਼ਬਦ ਉਚਾਰਨ ਕੀਤਾ ਕਿ ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਨ, ਜਿਨ੍ਹਾਂ ਲਾਲੀ ਨੇਤਰ ਮੈਂ ਹੈ ਦੂਜਾ ਨਾ ਜਾਣਨ। ਗੁਰੂ ਜੀ ਨੇ ਫਰਮਾਇਆ ਕਿ ਸਾਲਸ ਸਾ ਇਹ ਝੂਠੇ ਲਾਲ ਇਕੱਠੇ ਕਰਨ ਦਾ ਕੋਈ ਲਾਭ ਨਹੀਂ ਹੈ। ਤੂੰ ਆਪਣੇ ਆਪ ਨੂੰ ਪਛਾਣ ਜੋ ਅਸਲ ਲਾਲ ਹੈ। ਇਸ ਦੇ ਭਾਵ ਅਰਥ ਨੂੰ ਸਮਝ ਕੇ ਸਾਲਸਰਾਏ ਨੇ ਗੁਰੂ ਜੀ ਦੀ ਬੜੀ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕੀਤੀ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਨਿਹਾਲ ਹੋ ਗਿਆ। ਸਾਲਸਰਾਏ ਪਾਸੋਂ ਉੱਥੇ ਗੁਰੂ ਜੀ ਨੇ ਸਤਸੰਗ ਵਾਸਤੇ ਇੱਕ ਧਰਮਸ਼ਾਲਾ ਬਣਵਾਈ ਅਤੇ ਅਦਰਕੇ ਨੂੰ ਉਸ ਦਾ ਮਹੰਤ ਥਾਪਿਆ। ਫਿਰ ਪਟਨੇ ਤੋਂ ਚੱਲ ਕੇ ਗੁਰੂ ਜੀ ਗਿਆ ਪਹੁੰਚੇ। ਇਸ ਸ਼ਹਿਰ ਗਿਆਸੁਰ ਦੈਂਤ ਦਾ ਵਸਾਇਆ ਹੋਇਆ ਸੀ, ਜਿਸ ਦੇ ਨਾਮ ਉੱਤੇ ਇਸ ਦਾ ਨਵਾਂ ਗਿਆ ਪ੍ਰਸਿੱਧ ਹੋਇਆ। ਹਿੰਦੂਆਂ ਦੇ ਨਿਸ਼ਚੇ ਅਨੁਸਾਰ ਇੱਥੇ ਪ੍ਰਾਣੀਆਂ ਦੇ ਪਿੰਡ ਭਰਾਉਣ ਨਾਲ ਉਹਨਾਂ ਦੀ ਗੱਤ ਹੋ ਜਾਂਦੀ ਹੈ। ਜਦ ਗੁਰੂ ਜੀ ਉੱਥੇ ਪੁੱਜੇ ਤਾਂ ਪਾਂਡਵਾਂ ਨੇ ਕਿਹਾ ਕਿ ਤੁਸੀਂ ਆਪਣੇ ਪਿੱਤਰਾਂ ਦੀ ਗੱਤ ਵਾਸਤੇ ਪਿੰਡ ਭਰਾਓ। ਤਦ ਗੁਰੂ ਜੀ ਨੇ ਇਸ ਪ੍ਰਥਾਏ ਇਹ ਸ਼ਬਦ ਉਚਾਰਨ ਕੀਤੇ। ਮਹਾਰਾਜ ਆਖਦੇ ਨੇ, ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣੋ ਸੋਖਿਆ, ਚੂਕਾ ਜਮ ਸਿਉ ਮੇਲ, ਪਿੰਡ ਪਤਲ ਮੇਰੀ ਕੇਸੋ, ਕਿਰਿਆ ਸਚ ਨਾਮ ਕਰਤਾਰ, ਐਥੇ ਓਥੇ ਆਗੇ ਪਾਸ਼ੈ, ਇਹੋ ਮੇਰਾ ਆਧਾਰ, ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ, ਕਬਹੂ ਨਿਖੁਟਸ ਨਾਹੇ। ਇਹ ਸ਼ਬਦ ਦਾ ਮੂਲ ਭਾਵ ਸਮਝਾ ਕੇ ਗੁਰੂ ਜੀ ਨੇ ਦੱਸਿਆ ਕਿ ਆਪਣੇ ਹੱਥਾਂ ਨਾਲ ਕੀਤਾ ਹੋਇਆ ਦਾਨ ਕਦੀ ਮੁੱਕਦਾ ਨਹੀਂ। ਇਸ ਵਾਸਤੇ ਆਪਣੇ ਜਿਉਂਦੇ ਜੀ ਆਪਣੇ ਹੱਥਾਂ ਨਾਲ ਦਾਨ ਕਰਨਾ ਹੀ ਲੋਕ ਪਰਲੋਕ ਵਿੱਚ ਸਹਾਈ ਹੁੰਦਾ ਹੈ। ਪਿੱਛੋਂ ਪ੍ਰਾਣੀ ਨਮਿੱਤ ਪਿੰਡ ਆਦਿਕ ਭਰਾਉਣੇ ਅਤੇ ਹੋਰ ਦਾਨ ਕਰਨਾ ਉਸ ਦੇ ਕਿਸੇ ਕੰਮ ਨਹੀਂ ਆਉਂਦਾ। ਇਸ ਤਰ੍ਹਾਂ ਪਾਂਡਿਆਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਗੁਰੂ ਜੀ ਇਸ ਤੋਂ ਨੇੜੇ ਹੀ ਉਹ ਸਥਾਨ ਦੇਖਣ ਚਲੇ ਗਏ ਜਿੱਥੇ ਮਹਾਤਮਾ ਬੁੱਧ ਨੇ ਬੈਠ ਕੇ ਨਿਰਵਾਣ ਪ੍ਰਾਪਤ ਕੀਤਾ ਸੀ। ਇਸ ਬੁੱਧ ਗਿਆ ਮੰਦਿਰ ਵਿੱਚ ਮਹਾਤਮਾ ਬੁੱਧ ਦੀ ਇੱਕ ਪੂਰੇ ਕੱਦ ਦੀ ਸੋਨੇ ਦੀ ਮੂਰਤੀ ਸਥਾਪਨ ਹੈ। ਇੱਥੋਂ ਦੇ ਮੁੱਖ ਪੁਜਾਰੀ ਨਾਲ ਗੁਰੂ ਜੀ ਨੇ ਚਰਚਾ ਕਰਕੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਦਿੱਤਾ। ਬੁੱਧ ਗਿਆ ਤੋਂ ਚੱਲ ਕੇ ਗੁਰੂ ਜੀ ਮਰਦਾਨੇ ਨਾਲ ਬਿਹਾਰ ਦੇ ਨਗਰਾਂ ਸ਼ਹਿਰਾਂ ਵਿੱਚ ਵਿਚਰਦੇ ਹੋਏ ਮੁਰਸ਼ਿਦਾਬਾਦ ਦੇ ਰਸਤੇ ਅਸਾਮ ਦੇਸ਼ ਦੇ ਕਾਨਪੁਰ ਇਲਾਕੇ ਦੇ ਗੁਹਾਟੀ ਸ਼ਹਿਰ ਤੋਂ ਬਾਹਰ ਜਾ ਬੈਠੇ। ਭਾਈ ਮਰਦਾਨਾ ਕੁਝ ਖਾਣ ਵਾਸਤੇ ਸ਼ਹਿਰ ਵਿੱਚ ਚਲਿਆ ਗਿਆ। ਸ਼ਹਿਰ ਦੀ ਇੱਕ ਪ੍ਰਸਿੱਧ ਜਾਦੂਗਰਨੀ ਨੂਰ ਸ਼ਾਹ ਨੇ ਮਰਦਾਨੇ ਨੂੰ ਭੇਡੂ ਬਣਾ ਕੇ ਆਪਣੇ ਘਰ ਵਿੱਚ ਬੰਨ੍ਹ ਲਿਆ। ਇਸ ਗੱਲ ਦਾ ਜਦ ਅੰਤਰਜਾਮੀ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਸਤਨਾਮ ਦਾ ਜਪ ਕਰਦੇ ਹੋਏ ਨੂਰ ਸ਼ਾਹ ਦੇ ਘਰ ਪਹੁੰਚ ਗਏ। ਨੂਰ ਸ਼ਾਹ ਨੇ ਗੁਰੂ ਜੀ ਨੂੰ ਵੀ ਜਾਦੂ ਨਾਲ ਕਾਬੂ ਕਰਨਾ ਚਾਹਿਆ, ਪਰ ਗੁਰੂ ਜੀ ਅੱਗੇ ਉਸ ਦੀ ਕੋਈ ਪੇਸ਼ ਨਾ ਗਈ ਅਤੇ ਨਾ ਹੀ ਉਸਨੇ ਹਾਰ ਮੰਨੀ। ਇਸ ਤੋਂ ਬਾਅਦ ਜਦ ਉਸ ਦੀ ਕੋਈ ਚਾਲ ਗੁਰੂ ਜੀ 'ਤੇ ਨਹੀਂ ਚੱਲੀ
ਤਾਂ ਉਸਨੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਪਣੀ ਭੁੱਲ ਦੀ ਮਾफ़ੀ ਮੰਗੀ ਅਤੇ ਆਪਣੇ ਉਧਾਰ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਤੁਸੀਂ ਲੋਕ ਸਿੱਖੀ ਧਾਰਨ ਕਰਕੇ ਧਰਮਸ਼ਾਲਾ ਬਣਵਾਓ ਅਤੇ ਸਤਸੰਗ ਕਰਿਆ ਕਰੋ, ਤੁਹਾਡਾ ਉਧਾਰ ਹੋ ਜਾਵੇਗਾ। ਗੁਰੂ ਜੀ ਦਾ ਹੁਕਮ ਮੰਨ ਕੇ ਉਹਨਾਂ ਨੇ ਪਹੁਲ ਲੈ ਕੇ ਸਿੱਖੀ ਧਾਰਨ ਕਰ ਲਈ ਅਤੇ ਧਰਮਸ਼ਾਲਾ ਬਣਵਾ ਕੇ ਰੋਜ਼ ਸਤਸੰਗ ਕਰਨ ਲੱਗੇ। ਫਿਰ ਕਾਮਰੂਪ ਗੁਹਾਟੀ ਤੋਂ ਜਾਦੂਗਰਨੀਆਂ ਦਾ ਸੁਧਾਰ ਤੇ ਉਧਾਰ ਕਰਕੇ ਗੁਰੂ ਜੀ ਢਾਕੇ ਸ਼ਹਿਰ ਹੁੰਦੇ ਹੋਏ ਚਿੱਟਾਗਾਉਂ ਆਏ। ਇੱਥੋਂ ਦੇ ਰਾਜੇ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾਇਆ ਅਤੇ ਸਤਸੰਗ ਕਰਨ ਵਾਸਤੇ ਧਰਮਸ਼ਾਲਾ ਬਣਵਾਈ। ਇਸ ਤੋਂ ਅੱਗੇ ਗੁਰੂ ਜੀ ਸਮੁੰਦਰ ਦੇ ਰਸਤੇ ਜਗਨਨਾਥਪੁਰੀ ਪਹੁੰਚ ਗਏ। ਪੁਰੀ ਸ਼ਹਿਰ ਤੋਂ ਸਮੁੰਦਰ ਦੇ ਕਿਨਾਰੇ ਹੈ, ਜਿਸ ਵਿੱਚ ਕ੍ਰਿਸ਼ਨ ਦੀ ਇੱਕ ਬਹੁਤ ਵੱਡੀ ਆਦਮਕਦ ਮੂਰਤੀ ਲੱਗੀ ਹੋਈ ਹੈ। ਸੰਧਿਆ ਸਮੇਂ ਪਾਂਡਿਆਂ ਨੂੰ ਇਸ ਮੂਰਤੀ ਅੱਗੇ ਦੀਵੇ ਜਗਾ ਕੇ ਆਰਤੀ ਕਰਦਿਆਂ ਨੂੰ ਵੇਖ ਕੇ ਗੁਰੂ ਜੀ ਨੇ ਆਰਤੀ ਦਾ ਸ਼ਬਦ ਦਾ ਉਚਾਰਨ ਕਰਿਆ ਸੀ। ਗਗਨ ਮੈਂ ਥਾਲ ਰਵਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ, कैसी आरती होए पव खंडना तेरी आरती, अनहता शब्द वजंत पेरी रहाओ, सहस तव नैन नन नैन है तो है कौ सहस मूर्त नन एक तो ही, सहस पद विमल नन एक पद गंध बिन सहस तव गंध इव चलत मोही। गुरु जी ने कहा, इस प्रकार की आरती परमेश्वर की रचना विच सदा ही हो रही है। असी सदा ही इस ਸਰਬਮਈ ਸਰਬ ਵਿਆਪਕ ਸੱਚੀ ਆਰਤੀ ਵਿੱਚ ਲਿਵਲੀਨ ਰਹਿੰਦੇ ਹਾਂ। ਇੱਥੇ ਆਪ ਜੀ ਨੇ 2 ਦਿਨ ਡੇਰਾ ਕੀਤਾ ਸੀ ਅਤੇ ਕਲਿਆਣ ਕਰਕੇ ਆਪ ਜੀ ਅੱਗੇ ਤੁਰ ਪਏ। ਅਗਲੇ ਦਿਨ ਗੁਰੂ ਜੀ ਮਰਦਾਨੇ ਨਾਲ ਸਮੁੰਦਰ ਦੇ ਕਿਨਾਰੇ ਬੈਠ ਕੇ ਸ਼ਬਦ ਕੀਰਤਨ ਕਰਨ ਲੱਗੇ। ਪਰ ਕੀ ਵੇਖਦੇ ਹਨ ਕਿ ਇੱਕ ਬਹੁਤ ਬੜੀ ਲਾਲ ਹਨੇਰੀ ਆ ਰਹੀ ਹੈ, ਜਿਸ ਦਾ ਗੁਬਾਰ ਸਾਰੇ ਆਕਾਸ਼ ਵਿੱਚ ਫੈਲਿਆ ਹੋਇਆ ਹੈ। ਇਸ ਭਿਆਨਕ ਹਨੇਰੀ ਵਿੱਚ ਮਰਦਾਨੇ ਨੇ ਵੇਖਿਆ ਕਿ ਇੱਕ ਬੜੀ ਸੁਰਤ, ਜਿਸ ਦਾ ਸਿਰ ਆਕਾਸ਼ ਵਿੱਚ ਅਤੇ ਪੈਰ ਪਾਤਾਲ ਵਿੱਚ ਹਨ, ਸਾਹਮਣੇ ਆ ਰਹੀ ਹੈ। ਜਦ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਡਰ ਗਿਆ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ ਤੂੰ ਵਾਹਿਗੁਰੂ ਦਾ ਸਿਮਰਨ ਕਰ, ਇਸ ਨੂੰ ਵੇਖ ਕੇ ਡਰਨਾ, ਇਹ ਬਲਾ ਤੇਰਾ ਨੇੜੇ ਨਹੀਂ ਆਵੇਗੀ। ਉਸ ਭਿਆਨਕ ਡਰਾਉਣੀ ਸੂਰਤ ਨੇ ਕਈ ਅਤੀ ਭਿਆਨਕ ਰੂਪ ਧਾਰਨ ਕੀਤੇ, ਪਰ ਗੁਰੂ ਜੀ ਅਡੋਲ ਹੀ ਬੈਠੇ ਰਹੇ। ਆਪ ਜੀ ਦੀ ਅਡੋਲਤਾ ਤੇ ਨਿਰਭੈਤਾ ਨੂੰ ਵੇਖ ਕੇ ਉਸਨੇ ਮਨੁੱਖ ਰੂਪ ਧਾਰ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਂ ਇਸ ਯੁੱਗ ਦਾ ਰਾਜਾ ਹਾਂ। ਮੇਰਾ ਸੈਨਾਪਤੀ ਝੂਠ ਤੇ ਨਿੰਦਿਆ, ਚੁਗਲੀ, ਮਾਰ ਧਾੜ ਅਤੇ ਜੂਆ ਸ਼ਰਾਬ ਆਦਿ ਖੋਟੇ ਕਰਮ ਮੇਰੀ ਫੌਜ ਹੈ। ਤੁਸੀਂ ਮੇਰੇ ਯੁੱਗ ਦੇ ਅਵਤਾਰ ਹੋ। ਮੈਂ ਤੁਹਾਨੂੰ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਤਿਆਰ ਕਰ ਦਿੰਦਾ ਹਾਂ, ਉਹਨਾਂ ਵਿੱਚ ਤੁਸੀਂ ਆਪਣਾ ਨਿਵਾਸ ਕਰਨਾ। ਐਸੇ ਮੰਦਨ ਚੰਦਨ ਅਤੇ ਕਸਤੂਰੀ ਨਾਲ ਲੇਪੇ ਹੋਏ ਹੋਣਗੇ, ਕੇਸਰ ਦਾ ਛਿੜਕਾਅ ਹੋਵੇਗਾ। ਆਪ ਜੀ ਨੇ ਆਪਣਾ ਪੂਰਾ ਸੁੱਖ ਤੇ ਆਰਾਮ ਆਨੰਦ ਕਰਨਾ ਜੀ। ਫਿਰ ਗੁਰੂ ਜੀ ਨੇ ਆਪਣੇ ਸ਼ਬਦ ਉਦਾਹਰਨ ਕਰਕੇ ਕਲਯੁੱਗ ਨੂੰ ਚੰਗੇ ਰਸਤੇ ਪਾਇਆ। ਗੁਰੂ ਜੀ ਦੇ ਬਚਨ ਸੁਣ ਕੇ ਕਲਯੁੱਗ ਨੇ ਕਿਹਾ ਕਿ ਮਹਾਰਾਜ, ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰੇ ਜੀਵਾਂ ਨੂੰ ਬੁੱਧੀ ਉਲਟ ਦੇਵਾਂ, ਜਿਸ ਕਰਕੇ ਉਹ ਚੋਰੀ, ਯਾਰੀ, ਝੂਠ, ਨਿੰਦਾ, ਚੁਗਲੀ ਆਦਿ ਖੋਟੇ ਕਰਮ ਕਰਨ, ਗੁਣੀਆਂ ਦਾ ਨਿਰਾਦਰ ਕਰਾਵਾਂ ਅਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਕਰਾਵਾਂ। ਜਤ ਸਤ ਦਾ ਨਾਮ ਨਾ ਰਹਿਣ ਦਿਆਂ ਅਤੇ ਊਚ ਨੀਚ ਨੂੰ ਬਰਾਬਰ ਕਰਦਿਆਂ। ਪਰ ਆਪ ਜਿਵੇਂ ਹੁਕਮ ਕਰੋ ਮੈਂ ਉਸ ਦੀ ਵੀ ਪਾਲਣਾ ਕਰਾਂਗਾ। ਗੁਰੂ ਜੀ ਨੇ ਕਿਹਾ, ਜਿਹੜੇ ਸਾਡੇ ਪ੍ਰੇਮੀ ਸ਼ਰਧਾ ਭਾਵਨਾ ਸਿੱਖ ਪ੍ਰੇਮ ਨਾਲ ਹਰੀ ਕੀਰਤਨ ਤੇ ਸਤਸੰਗ ਕਰਨ ਵਾਲੇ ਹੋਣ, ਉਹਨਾਂ ਉੱਤੇ ਤੇਰੀ ਇਹ ਸੈਨਾ ਧਾਵਾ ਨਾ ਬੋਲੇ। ਫਿਰ ਤੇਰਾ ਪ੍ਰਭਾਵ ਸਾਡੇ ਉਹਨਾਂ ਪ੍ਰੇਮੀਆਂ ਉੱਤੇ ਵੀ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ। ਕਲਯੁੱਗ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ, ਜਿਹੜਾ ਪੁਰਸ਼ ਨਿਰੰਕਾਰ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੇਗਾ, ਉਸ ਉੱਤੇ ਮੇਰਾ ਬਹੁਤ ਥੋੜ੍ਹਾ ਪ੍ਰਭਾਵ ਪਵੇਗਾ। ਇਹ ਭਰੋਸਾ ਦੇ ਕੇ ਕਲਯੁੱਗ ਅੰਤਰ ਧਿਆਨ ਹੋ ਗਿਆ।